तारा नावल दे तीजे कांड का तीजा हिस्सा। सारा टब्बर हासे च लोट-पोट हो रहा सी। वो सारे बूढ़ सिंह दी इस दलेर हरकत ते बड़े खुश हुए। मनमोहन ने केसर नूं पियाउण लई बड़ा जोर लाया, पर उसकी जिद सिरे ना चढ़ सकी। मनमोहन दा मन रखण लई मालन ने भी अपनी मर्जी उल्ट केसर नूं कहा, डड्डीए बहुती ना सही, थोड़ी पी लै। पर केसर दे मूहों ना निकल चुकी सी। उस लई हाँ कहणी भी चलन दी हानि साबित हुंदी सी। आखिर मनमोहन नूं हरनेक ही अपना साथी बनाउणा पिया। पीण दे विचकार मनमोहन नूं अपनी हार बेरी दे कंडे वांग चुभ रही सी कि जट बेवकूफ बनों बच गया। केसर कुछ इस तरह अनुभव कर रहा सी कि मैं ना पी के कईयां नूं नाराज कर लिया है। पर रूप बहुता ही खुश सी ते सोच रही सी इन्ना चंगा होया जिसकी आस बिल्कुल नहीं सी। मनमोहन ने अज राती बकवास करनों संकोच की। उस शराब भी बहुती नहीं पीती सी। मालन ने इस मसले विच सतवंत दे चंगी तरह कन्न खिच दिते सन अते सतवंत ने मनमोहन सिंह नूं उठा के बेजी दा मन दस दिता सी। मालन दी ख्वाहिश सी कि रूप दे मुड़ आउण तो पहलां मनमोहन चलिया जावे, पर उस जाण तक दा नां ना लिया। मल्लो मल्ली उसनूं तोड़न दी किस विच हिम्मत सी। हुण मालन रब दा 100 शुक्र कर रही सी कि रात चंगी बीत गई। केसर लई अज दिन डुੱਬਣ विच नहीं आउंदा सी। भावें दिन 21 जून पिछों छोटे होण लग पे सन, पर उसनूं जापदा सी अज जिड्डा पहाड़ दिन बदले लैके डुੱਬੇਗਾ। ਉਹ ਮਚਲ ਜਾਂਦੇ ਜਜ਼ਬਾਤ ਨੂੰ ਮਸੀਂ ਸਾਂਭ ਰੱਖ ਰਿਹਾ ਸੀ। ਉਹ 2 ਵਾਰ ਖੂਹ ਵੱਲ ਚੱਕਰ ਮਾਰ ਆਇਆ ਸੀ, ਪਰ ਸੂਰਜ ਥੱਲੇ ਲੈਣ ਦਾ ਨਾਂ ਨਹੀਂ ਲੈਂਦਾ ਸੀ। ਰੂਪ ਦੇ ਸਾਹਮਣੇ ਉਹ ਜਾਣ ਕੇ ਨਹੀਂ ਜਾਂਦਾ ਸੀ। ਉਸ ਦੀ ਪਿਆਰ ਚੋਰੀ ਦਾ ਘਰ ਦੇ ਕਿਸੇ ਜੀ ਨੂੰ ਨਹੀਂ ਪਤਾ ਸੀ, ਪਰ ਉਸ ਦੀਆਂ ਸ਼ਰਾਬੀ ਅੱਖਾਂ ਚੋਂ ਉਸ ਦੀ ਖਰਾਟ ਭਾਬੀ ਤੇਜ ਕੌਰ ਨੇ ਕੁਝ ਪੜ੍ਹ ਲਿਆ ਸੀ। ਕਦੇ ਤੇਜ ਕੌਰ ਨੇ ਕੇਸਰ ਵੱਲ ਬਾਂਹ ਲਮਿਆਰੀ ਸੀ, ਪਰ ਉਸ ਨਫ਼ਰਤ ਨਾਲ ਮਰੋੜ ਘੱਤੀ ਸੀ। ਭਾਵੇਂ ਦੋਵਾਂ ਵਿਚਕਾਰ ਬੋਲਵਗੜ ਕੋਈ ਨਹੀਂ ਹੋਇਆ ਸੀ, ਪਰ ਇੱਕ ਤਰ੍ਹਾਂ ਠਣ ਜ਼ਰੂਰ ਗਈ ਸੀ। ਇਸ ਘਟਨਾ ਪਿੱਛੋਂ ਕੇਸਰ ਨੇ ਤੇਜੋ ਨੂੰ ਕਦੇ ਸਿੱਧੇ ਮੂੰਹ ਨਹੀਂ ਬੁਲਾਇਆ ਸੀ ਅਤੇ ਤੇਜੋ ਵੀ ਵਿੱਤ ਅਨੁਸਾਰ ਸਾੜਾ ਕਰਦੀ ਰਹੀ ਸੀ। ਪਰ ਅੱਜ ਦੋਹਾਂ ਦੀਆਂ ਅੱਖਾਂ ਕੁਝ ਇਸ ਤਰ੍ਹਾਂ ਟੱਕਰ ਖਾ ਗਈਆਂ ਕਿ ਉਹ ਹੱਸਣੋਂ ਨਾ ਰਹਿ ਸਕੇ। ਕੀ ਖਵਾਏਗਾ ਤੇ ਗੁਣ ਜਾਣੇਗਾ ਜੇ ਰਾਤ ਨੂੰ ਇਕੱਠੇ ਕਰ ਦਿਆਂ। ਸਾਂਵਲੀ ਤੇਜੋ ਦੇ ਮੂੰਹੋਂ ਚੰਬਾ ਖਿੜਖਿੜ ਪੈਂਦਾ ਸੀ। ਤੇਜੋ ਜਿਹੜੀ ਕੇਸਰ ਲਈ ਭਖੜੇ ਦੇ ਕੰਡੇ ਵਾਂਗ ਰੜਕਦੀ ਰਹੀ ਸੀ, ਅੱਜ ਕਮਲ ਦਾ ਫੁੱਲ ਹੋ ਕੇ ਮਿਲੀ ਸੀ। ਪਿਆਰੇ ਦੀ ਛੋਹ ਰੋੜਾਂ ਨੂੰ ਵੀ ਹੀਰੇ ਬਣਾ ਦਿੰਦੀ ਹੈ। 1 ਸਾਲ ਦੀ ਵਿਆਹ ਦੁੱਧ ਮਲਾਈ ਵਿੱਚ ਬਦਲ ਗਈ। ਕੇਸਰ ਮਾਨੀ ਮਨ ਵਿੱਚ ਕਹਿ ਗਿਆ, ਜਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ। ਖਾਣ ਨੂੰ ਤਾਂ ਭਾਬੀ ਮੂੰਹੋਂ ਮੰਗਿਆ ਲੈ ਲੈ, ਪਰ ਅਹਿਸਾਨ ਕਾਹਦਾ ਬਣਾਉਂਦੀ ਏ। ਅੱਜ ਰਾਤੀ ਤਾਂ ਸਹੀ, ਅੱਜ ਰਾਤੀ ਨਾ ਸਹੀ ਕੱਲ ਮਿਲ ਪਾਵਾਂਗੇ। ਉਂਝ ਕੇਸਰ ਨੇ ਦੇ ਦਿਲੋਂ ਕੱਲ ਨੂੰ ਮਿਲਣ ਤੇ ਬੋੜੀ ਨਿਕਲਣ ਵਾਲੀ ਸੀ, ਪਰ ਉਸ ਫੋਕਾ ਰੋਬ ਤਿਆਗਣਾ ਆਪਣੇ ਮਰਦਾਉਂ ਦੀ ਹੱਦ ਤੱਕ ਸਮਝਿਆ। ਕੱਲ ਤੱਕ ਤਾਂ ਤੇਰੀਆਂ ਚੀਕਾਂ ਨਿਕਲ ਜਾਣਗੀਆਂ, ਮੈਂ ਦੁਪਹਿਰ ਦੀ ਤੈਨੂੰ ਵੇਖੀ ਜਾਨੀ ਹੈ। ਤੇਜੋ ਨੇ ਕੇਸਰ ਦੇ ਦਿਲ ਦੀ ਉਸ ਦੇ ਮੂੰਹ ਤੇ ਮਾਰੀ। ਰਾਤੀ ਕੂਜਾ ਲੈ ਆਵੀਂ, ਕੋਲ ਨਾ ਹੋਇਆ ਤਾਂ ਮੈਂ ਮੁੱਲ ਦੇ ਦਿਆਂਗੀ। ਮੁੱਲ ਕੀ ਲਏਂਗੀ? ਕੇਸਰ ਹੱਸਣੋਂ ਨਾ ਰਹਿ ਸਕਿਆ। ਪਾਣੀ ਭਰਦੀ ਮਹਿਰੀ ਦਿਓਰ ਭਾਬੀ ਨੂੰ ਖਿੰਦਿਆਂ ਸੁਣ ਕੇ ਬੋਲੀ, ਮੁੱਲ ਤੈਨੂੰ ਦੇਣਾ ਏ, ਹੋਰ ਬਾਜ਼ਾਰ ਥੋੜਾ ਏ। ਬੰਤੋ ਇਹ ਰੁਪਈਆ ਧੇਲੀ ਲੈ ਕੇ ਆਪਣਾ ਭਰਮ ਗਵਾ ਲਵੇ, ਆਪਣਾ ਕੀ ਘਟਦਾ ਏ। ਕੇਸਰ ਨੇ ਫਿਰ ਮੋੜ ਕੇ ਦਿੱਤਾ, ਮੁੱਲ ਇਹ ਤੋਂ ਬੰਤੋ ਜ਼ਰੂਰ ਲੈਣਾ ਏ, ਇਹਦੇ ਵਿੱਚ ਥੋੜੀ ਆਕੜ ਹੈ। ਤੇਜੋ ਮੁੜ ਕੇ ਕੇਸਰ ਨੂੰ ਆਖਣ ਲੱਗੀ, ਤੂੰ ਕੂਜਾ ਲੈ ਲਵੀਂ, ਮੁੱਲ ਫੇਰ ਲੈ ਲਾਂਗੇ, ਤੂੰ ਭੱਜਿਆ ਨਹੀਂ। ਪਿੱਛੋਂ ਗਾਂ ਮੈਂ ਨਾ ਮੰਗ ਲਵੀਂ। ਕੇਸਰ ਹੱਸਦਾ ਫਿਰ ਬਾਹਰ ਨੂੰ ਚਲਾ ਗਿਆ। ਉਹਨਾਂ ਦੀਆਂ ਗੱਲਾਂ ਵਿੱਚ ਕੇਸਰ ਦੀ ਭੈਣ ਮੁਖਤਿਆਰੋ ਆ ਗਈ ਸੀ। ਸੂਰਜ ਛੁਪ ਗਿਆ ਸੀ। ਕੇਸਰ ਨੇ ਛਾਤੀ ਫੁਲਾ ਕੇ ਡੂੰਘਾ ਸਾਹ ਭਰਿਆ, ਜਿਵੇਂ ਵੈਰੀ ਨੇ ਮਸਾਂ ਮੈਦਾਨ ਛੱਡਿਆ ਸੀ। ਫਿਰ ਉਹ ਆਉਣ ਵਾਲੀ ਰਾਤ ਨੂੰ ਹੋਣ ਵਾਲੀਆਂ ਗੱਲਾਂ ਬਾਰੇ ਸੋਚਣ ਲੱਗ ਪਿਆ। ਮੈਂ ਪਹਿਲੀ ਗੱਲ ਕੀ ਕਰਾਂ? ਅਸਲ ਵਿੱਚ ਗੱਲ ਹੀ ਪਹਿਲੀ ਹੁੰਦੀ ਹੈ ਜੇ ਟਿਕਾਣੇ ਦੀ ਹੋਵੇ। ਫਿਰ ਰੰਨ ਸਾਰੀ ਉਮਰ ਉਸ ਦੁਆਲੇ ਉਰੀ ਵਾਂਗ ਘੁੰਮਦੀ ਹੈ। ਯਾਰ ਇਹ ਬੜਾ ਕਰੜਾ ਇਮਤਿਹਾਨ ਹੈ। ਕਿਸੇ ਤੋਂ ਪੁੱਛ ਹੀ ਲੈਂਦੇ ਵੀ ਪਹਿਲੀ ਰਾਤ ਕਿਵੇਂ ਬੀਤਦੀ ਹੈ। ਉਸ ਦਾ ਇੱਕ ਵਾਰ ਹਾਸਾ ਨਿਕਲ ਗਿਆ। ਉਸ ਨੂੰ ਰੂਪ ਕਹਿ ਕੇ ਬੁਲਾਵਾਂ ਜਾਂ ਰੂਪੀ? ਉਹ ਚੰਨੀ ਵੀ ਬਹੁਤ ਖੂਬਸੂਰਤ ਹੈ। ਅੱਛਾ, ਮੌਕੇ ਤੇ ਸਹੀ, ਇਹ ਵੀ ਮੈਜਿਸਟਰੇਟ ਦੇ ਤਰੀਕ ਭੁਗਤਣ ਵਾਲੀ ਗੱਲ ਹੈ।
ਹਨੇਰਾ ਹੋਰ ਡੂੰਘਾ ਪੈ ਗਿਆ। ਰਾਤ ਸਾਹਮਣੇ ਆਉਂਦੀ ਵੇਖ ਰੂਪ ਆਪਣੇ ਥਾਂ ਪੰਘਰੀ ਜਾ ਰਹੀ ਸੀ। ਉਸਨੂੰ ਕੁਝ ਨਹੀਂ ਪਤਾ ਸੀ ਕੀ ਹੋਣ ਵਾਲਾ ਹੈ, ਪਰ ਇਸ ਗੱਲ ਦਾ ਉਸਨੂੰ ਪੂਰਨ ਨਿਸ਼ਚਾ ਸੀ ਕਿ ਅੱਜ ਰਾਤ ਕੇਸਰ ਜ਼ਰੂਰ ਆਵੇਗਾ। ਇਸ ਅਨੁਭਵ ਨਾਲ ਇੱਕ ਮੁਸਕਾਨ ਉੱਠਦੀ ਜਿਹੜੀ ਲੂੰ ਲੂੰ ਫਰਰਾਨ ਲਾ ਦਿੰਦੀ। ਇੱਕ ਮਸਤੀ ਉਸਦੀਆਂ ਅੱਖਾਂ ਮੀਟ ਜਾਂਦੀ ਤੇ ਲੰਮਾ ਖਿੱਚਿਆ ਸਾਹ ਉਸਦੇ ਬੇਕਰਾਰ ਵਲਵਲਿਆਂ ਨੂੰ ਥਾਪੜੀ ਦੇ ਜਾਂਦਾ। ਕੁਦਰਤ ਕਿੰਨੀ ਮਿਹਰਬਾਨ ਹੈ। ਨਹੀਂ, ਮੇਰੇ ਬੇਜੀ ਤੋਂ ਸਭ ਭਗਵਾਨ ਛੋਟੇ ਹਨ। ਉਸਦਾ ਵਾਲ-ਵਾਲ ਕਹਿ ਰਿਹਾ ਸੀ, ਬੇਜੀ, ਮੈਂ ਮਰ ਕੇ ਤੇਰੇ ਕਿਸੇ ਕੰਮ ਆ ਸਕਾਂ, ਇਹ ਮੇਰਾ ਪਹਿਲਾ ਤੇ ਆਖਰੀ ਸੁਭਾਅ ਹੋਵੇਗਾ। ਇੱਕ ਅਮੋੜ ਜਜ਼ਬਾ ਸ਼ਰਧਾ ਵਿੱਚ ਉਸਨੂੰ ਝੁਕਾਈ ਜਾ ਰਿਹਾ ਸੀ। ਰੋਟੀ ਖਾਣ ਵੇਲੇ ਤੇਜੋ ਨੇ ਰੂਪ ਦੇ ਚੁੰਡੀ ਭਰ ਲਈ ਤੇ ਉਸਨੂੰ ਉਸ ਵੱਲ ਮੂੰਹ ਕਰਦਿਆਂ ਬੋਲੀ, ਕਿਉਂ, ਫਿਰ ਅੱਜ ਕੀ ਸਲਾਹ ਹੈ? ਲੈਂਪ ਦੇ ਮਿੰਨੇ ਚਾਨਣ ਵਿੱਚ ਰੂਪ ਨੇ ਤੇਜੋ ਦੀਆਂ ਹੱਸਦੀਆਂ ਸ਼ਰਾਰਤੀ ਅੱਖਾਂ ਤਾੜ ਲਈਆਂ। ਉਹ ਤੇਜੋ ਨਾਲ ਵਿਆਹ ਵਿੱਚ ਹੀ ਰਲੌਟੀ ਹੋ ਗਈ ਸੀ। ਉਸ ਤੇਜੋ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਉਹ ਦੁਪਹਿਰ ਦਾ ਮੇਰੀਆਂ ਮਿੰਨਤਾਂ ਕੱਢ ਰਿਹਾ ਏ, ਉਸਨੂੰ ਕੀ ਜਵਾਬ ਦਿਆਂ? ਜਗਰੂਪ ਨੇ ਉਸਨੂੰ ਤੱਕ ਕੇ ਫਿਰ ਨੀਵੀਂ ਪਾ ਲਈ। ਚੁੱਪ ਕੀਤਿਆਂ ਤਾਂ ਨਹੀਂ ਸਰਨਾ। ਤੇਜੋ ਨੇ ਮੁੜ ਚੁੰਡੀ ਭਰ ਲਈ। ਜਿੰਨਾ ਚਿਰ ਬੋਲਦੀ ਨਹੀਂ ਮੈਂ ਵੀ ਛੱਡਣੀ ਨਹੀਂ। ਨਾ ਭੈਣ ਬਣ ਕੇ, ਰੂਪ ਨੇ ਕਸੀਸ ਫਟ ਨੇ ਤਰਲਾ ਕੀਤਾ। ਤੇਜੋ ਨੇ ਚੁੰਡੀ ਛੱਡ ਦਿੱਤੀ। ਉਹਨੂੰ ਕਾਲੇ ਨੂੰ ਕੀ ਕਰਾਂ? ਰੂਪ ਨੇ ਦੜ ਵੱਟ ਰੱਖੀ ਤੇ ਰੋਟੀ ਛੱਡ ਕੇ ਹੱਥ ਧੋਣ ਲੱਗ ਪਈ। ਤੂੰ ਬੜੀ ਖਚਰੀ ਹੈ, ਤੇਜੋ ਨੇ ਇੱਕ ਤਰ੍ਹਾਂ ਖਹਿੜਾ ਛੱਡ ਦਿੱਤਾ। ਤੇਜੋ ਜਗਰੂਪ ਨੂੰ ਪਹਾੜ ਵੱਲ ਦੇ ਚੁਬਾਰੇ ਵਿੱਚ ਦੀ ਨਿਕਲ ਕੇ ਸਮਾਨ ਵਾਲੇ ਕੋਠੇ ਨੂੰ ਛੱਤ ਤੇ ਲੈ ਆਈ। 2 ਬਿਸਤਰਿਆਂ ਦਾ ਉਸ ਪਹਿਲੋਂ ਹੀ ਬੰਦੋਬਸਤ ਕਰ ਛੱਡਿਆ ਸੀ। ਉਹ ਚਾਹੁੰਦੀ ਸੀ ਇਹਨਾਂ ਦੋਹਾਂ ਨੂੰ ਮੇਰੇ ਨਵੇਕਲੀ ਥਾਂ ਲੈ ਕੇ ਦੇਣ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਰੂਪ ਅੰਦਰੋਂ ਉਸ ਉੱਤੇ ਬਹੁਤ ਖੁਸ਼ ਸੀ, ਪਰ ਮੂੰਹ ਕਿਵੇਂ ਆਖਦੀ, ਲੈ ਭੈਣੇ, ਤੁਹਾਡਾ ਕਾਰਜ ਰਾਸ ਕਰ ਦਿੱਤਾ, ਮੈਂ ਹਾਲੇ ਕਈ ਕੰਮ ਸਮੇਟਣੇ ਆ, ਤੇਜੋ ਨੇ ਤੁਰਦਿਆਂ ਕਿਹਾ। ਰੂਪ ਨੇ ਉਸਨੂੰ ਕੁੜਤੀ ਤੋਂ ਫੜ ਕੇ ਖਿੱਚ ਲਿਆ। ਕੇਸਰ ਨੂੰ ਕੀ ਜਵਾਬ ਦੇਵਾਂਗੀ? ਰੂਪ ਨੇ ਜ਼ੋਰ ਦੀ ਚੁੰਡੀ ਭਰ ਲਈ ਅਤੇ ਅਗਲੇ ਪਿਛਲੇ ਬਦਲੇ ਸਾਰੇ ਲੈ ਰਹੇ। ਮੈਂ ਤਾਂ ਇੱਥੋਂ ਜਾਣ ਨਹੀਂ ਦੇਣਾ। ਰੂਪ ਨੇ ਉਸਨੂੰ ਵਲਾ ਮਾਰ ਲਿਆ। ਅੱਛਾ ਬਾਬਾ, ਮੈਂ ਆ ਜਾਂਦੀਆਂ, ਭਾਂਡੇ ਸਾਂਭ ਆਵਾਂ, ਨਾਲੇ ਗੁੱਡੂ ਨੂੰ ਚੁੱਕ ਲਿਆਵਾਂ। ਤੇਜੋ ਵਗਾ ਹੱਥੀ ਮਾਰ ਕੇ ਰੂਪ ਕੋਲੋਂ ਖਿਸਕ ਗਈ। ਰੂਪ ਨੇ ਭਾਵੇਂ ਤੇਜੋ ਨੂੰ ਆਪਣੇ ਕੋਲ ਪੈਣ ਲਈ ਮਨਾ ਲਿਆ ਸੀ, ਪਰ ਉਸਦੀ ਦਿਲੀ ਖਾਹਿਸ਼ ਬਿਲਕੁਲ ਨਹੀਂ ਸੀ ਕਿ ਮੁੜ ਕੇ ਆਵੇ, ਤੇ ਤੇਜੋ ਮੁੜ ਕੇ ਆਉਣ ਲਈ ਗਈ ਹੀ ਨਹੀਂ ਸੀ। ਰੂਪ ਇੱਕ ਪਲ ਵੀ ਇਹ ਨਹੀਂ ਸੋਚ ਸਕਦੀ ਸੀ ਕਿ ਕੇਸਰ ਉਸ ਕੋਲ ਨਾ ਆਵੇ। ਉਸ ਦਾ ਦਿਲ ਬੁਰੀ ਤਰ੍ਹਾਂ ਧੜਕੀ ਜਾ ਰਿਹਾ ਸੀ। ਸੋਚਦਾ ਇਹ ਹਾਲ ਸੀ ਕਿ ਟੁੱਬੇ ਮਾਰਿਆਂ ਵੀ ਦਿਲ ਦੀਆਂ ਲਹਿਰਾਂ 'ਚੋਂ ਹੱਥ ਨਹੀਂ ਆ ਰਹੀ ਸੀ। ਅਲੜ ਜਵਾਨੀ ਆਪਣੇ ਜਜ਼ਬਾਤ ਵਿੱਚ ਸਮੇਂ ਤੋਂ ਪਹਿਲਾਂ ਹੀ ਕਤਲ ਹੋਈ ਪਈ ਸੀ। ਭਾਵੇਂ ਉਸਦੀ ਬੇਜੀ ਨੇ ਉਸਨੂੰ ਸਾਰੀ ਉਮਰ ਤੱਤੀ ਵਾਰ ਨਹੀਂ ਲੱਗਣ ਦਿੱਤੀ ਸੀ, ਪਰ ਉਹ ਮਾਨਸਿਕ ਭਾਰ ਹੇਠਾਂ ਖਾਸ ਕਾਰਨਾਂ ਕਰਕੇ ਜਿਉਣ ਲਈ ਮਜਬੂਰ ਰਹੀ ਸੀ। ਅੱਜ ਉਸਦਾ ਸਾਰਾ ਭਾਰ ਲੱਥਾ। ਅਨੁਭਵ ਕਰਕੇ ਸੁਤੰਤਰ ਫਿਜ਼ਾ ਵਿੱਚ ਸਾਹ ਲਿਆ। ਫਿਰ ਉਸਦੀ ਜ਼ਿੰਦਗੀ ਵਿੱਚ ਪਹਿਲਾ ਕਦਮ ਸੀ। ਇਸ ਫਿਜ਼ਾ ਵਿੱਚ ਤਾਨਾ ਕੋਈ ਨਹੀਂ ਹੋਵੇਗਾ, ਸਾੜਾ ਕੋਈ ਨਹੀਂ ਹੋਵੇਗਾ, ਤੇ ਕੋਈ ਅਣਹੋਇਆ ਦਨਰੋਸ਼ ਨੂੰ ਸਤਾਵੇ ਨਹੀਂ। ਇਸ ਦੁਨੀਆ ਵਿੱਚ ਪਿਆਰਾ ਨਾ ਸਹੀ, ਉਸਦਾ ਹਮਦਰਦ ਤਾਂ ਹੈ ਨਾ, ਉਸਦਾ ਪਤੀ ਪਰਮੇਸ਼ਰ, ਜਿਸ ਉਮਰ ਦਾ ਸਾਥ ਨਿਭਾਉਣ ਲਈ ਦਰਬਾਰ ਸਾਹਿਬ ਦੀ ਹਜ਼ੂਰੀ 'ਚ ਵਚਨ ਦਿੱਤਾ ਹੈ, ਉਸ ਅਸਲੋਂ ਆਜ਼ਾਦ ਅੱਖਾਂ ਮੀਟਦਿਆਂ ਬਾਹਾਂ ਫੈਲਾਉਂਦਿਆਂ ਆਪਣੇ ਆਪ ਨੂੰ ਗਵਾਚ ਜਾਣ ਲਈ ਫਿਜ਼ਾ ਵਿੱਚ ਖੁੱਲ੍ਹਾ ਛੱਡ ਦਿੱਤਾ। ਬੇਜੀ, ਮੇਰੀ ਰੂਹ ਸਦਾ ਤੇਰੇ ਸਜਦੇ 'ਚ ਰਹੇਗੀ। ਚੁਬਾਰੇ ਦਾ ਬਾਰ ਇੱਕ ਵਾਰ ਹੀ ਬੰਦ ਹੋ ਗਿਆ। ਕੇਸਰ ਉਸ ਵੱਲ ਵੱਧ ਰਿਹਾ ਸੀ। ਰੂਪ ਦੀ ਹਾਲਤ ਸੁੱਕੜ ਜਾਣ ਲਈ ਤਿਆਰ ਲਾਜਵੰਤੀ ਵਰਗੀ ਸੀ। ਉਸਦੇ ਖਿਆਲ ਪਲ ਪਲ ਤੇਜ਼ ਹੋ ਰਹੀ ਧੜਕਣ ਵੱਲ ਵਿੱਚ ਉੱਠਣ ਤੋਂ ਪਹਿਲਾਂ ਹੀ ਡੁੱਬ ਰਹੇ ਸਨ। ਉਹ ਉੱਠ ਕੇ ਬਹਿ ਗਈ। ਅਣਜਾਣੇ ਦਬਾਅ ਵਿੱਚ ਉਸਦਾ ਸਾਹ ਰੁਕਦਾ ਜਾ ਰਿਹਾ ਸੀ। ਕੇਸਰ ਦੇ ਆਉਣ ਤੋਂ ਪਹਿਲਾਂ ਉਹ ਉੱਠ ਕੇ ਖਲੋ ਗਈ ਤੇ ਹੱਥ ਜੋੜਦਿਆਂ ਸਤਿ ਸ਼੍ਰੀ ਅਕਾਲ ਆਖੀ। ਕੇਸਰ ਨੇ ਉਸਦੇ ਦੋਵੇਂ ਹੱਥ ਫੜ ਕੇ ਘੁੱਟ ਲਏ ਤੇ ਪੀ ਜਾਣ ਦੀ ਪਿਆਸ ਨਾਲ ਰੂਪ ਨੂੰ ਉਸਦੀ ਰੂਹ ਤੱਕ ਤੱਕਿਆ। ਉਸਦੀ ਦਿਲੀ ਖਾਹਿਸ਼ ਸੀ, ਮੈਂ ਇਸ ਤਰ੍ਹਾਂ ਹੀ ਉਮਰ ਭਰ ਤੱਕੀ ਜਾਵਾਂ। ਸ਼ਾਇਦ ਸਬਰ ਫਿਰ ਵੀ ਨਾ ਆਉਂਦਾ। ਰੂਪ ਦਾ ਅੱਧਾ ਮੂੰਹ ਨੰਗਾ ਸੀ, ਪਰ ਬਾਕੀ ਅੱਧੇ 'ਚ ਸੂਹੀ ਬਗਾਵਤ ਪਲ ਪਲ ਤੇਜ਼ ਹੁੰਦੀ ਜਾ ਰਹੀ ਸੀ। ਕੇਸਰ ਨੇ ਰੂਪ ਨੂੰ ਆਪਣੇ ਬਰਾਬਰ ਬਹਾ ਲਿਆ। ਉਸਦੀਆਂ ਲੰਮੀਆਂ ਪਤਲੀਆਂ ਤੇ ਕੂਲੀਆਂ ਉਂਗਲਾਂ ਵਿੱਚ ਆਪਣੀਆਂ ਉਂਗਲਾਂ ਫਸਾ ਲਈਆਂ ਤੇ ਮੁੜ ਉਸੇ ਭੁੱਖ ਨਾਲ ਵੇਖਣਾ ਤੇ ਘੁੱਟਣਾ ਸ਼ੁਰੂ ਕਰ ਦਿੱਤਾ। ਰੂਪ ਦਾ ਆਪਾ ਲਰਜ਼ਾਇਆ ਤੇ ਲਹਿਰਾਇਆ ਪਿਆ ਸੀ। ਉਸਦੀ ਹੋਸ਼ ਪਿਆਰ ਤੱਕਾਂ ਨਾਲ ਮੁਗਧ ਹੁੰਦੀ ਜਾ ਰਹੀ ਸੀ। ਉਹ ਚਾਹੁੰਦੀ ਸੀ ਤੱਕਾਂ ਇੱਕ ਪਲ ਰੁਕ ਜਾਣ।
ਉਹ ਥੋੜ੍ਹੀ ਹੋਸ਼ਵੰਤ ਹੋ ਜਾਵੇ, ਪਰ ਕੇਸਰ ਦੀਆਂ ਨਜ਼ਰਾਂ ਉਸ ਦਾ ਰੂਪ ਵਿੰਨ ਕੇ ਹੱਡੀਆਂ ਵਿੱਚ ਉਤਰ ਗਈਆਂ ਸਨ। ਕੇਸਰ ਨੇ ਉਸ ਦਾ ਇੱਕ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਤਿੰਨਾਂ ਹੱਥਾਂ ਵਿੱਚ ਇੱਕ ਲਗਾਤਾਰ ਕੰਪਣ ਜਾਰੀ ਸੀ। ਕੇਸਰ ਦੇ ਲੰਮੇ ਸਾਹ ਉਸ ਦਾ ਵਿਸਮਾਦ ਟੁੱਟ ਗਿਆ। ਕੇਸਰ ਦੇ ਲੰਮੇ ਸਾਹ ਨਾਲ ਉਸ ਦਾ ਵਿਸਮਾਦ ਟੁੱਟ ਗਿਆ। ਮੈਂ ਕਿੰਨਾ ਭਾਗਾਂ ਵਾਲਾ ਹਾਂ, ਰੂਪ ਨੇ ਸੁਣਿਆ। ਕਿੰਨਾ ਪਿਆਰਾ, ਰਸੀਲਾ ਤੇ ਨਿੱਘਾ ਬੋਲ ਸੀ। ਉਸ ਦੇ ਬੁੱਲ੍ਹਾਂ ਦੇ ਕੋਏ ਸਦਾ ਧੜਕਣ ਬਣੇ ਹੋਏ ਸਨ। ਬਸ ਇਹ ਇਕੱਲੇ ਹੀ ਉਹ ਕਹਿਣਾ ਚਾਹੁੰਦੀ ਸੀ। ਸੱਚਮੁੱਚ ਭਾਗਾਂ ਵਾਲੀ ਤਾਂ ਮੈਂ ਹਾਂ। ਅੱਜ ਇੰਨੀ ਰੱਜ ਕੇ ਪੀਣਾ ਚਾਹੁੰਦਾ ਹਾਂ, ਦੁਨੀਆ ਦੀ ਹੋਸ਼ ਨਾ ਰਹੇ। ਉਸ ਦਾ ਹੱਥ 7ਵੀਂ ਦੇ ਚੰਦ ਨੂੰ ਇੱਕਦਮ ਪੂਰਨਮਾਸ਼ੀ ਤੱਕ ਲੈ ਗਿਆ। ਤੇ ਫਿਰ ਰੂਪ ਨੇ ਖਿੜਦੀ ਮੁਸਕਾਨ ਕਲੀ ਨੂੰ ਜ਼ਬਤ ਦੀਆਂ ਵਾਗਾਂ ਪਾਈਆਂ ਹੋਈਆਂ ਸਨ। ਬਸ ਫਿਰ ਅੱਖ ਨਾ ਪੁੱਟਾਂ, ਕਿਸੇ ਦਾ ਸਰਾਪ ਨਾ ਲੱਗੂ, ਮੈਂ ਮਰ ਜਾਵਾਂ ਸਾਰਾ ਹੀ ਚੰਨੀਏ। ਰੂਪ ਨੇ ਕੇਸਰ ਦੇ ਮੂੰਹ ਤੇ ਹੱਥ ਰੱਖ ਦਿੱਤਾ। ਨਾ ਇਸ ਤਰ੍ਹਾਂ ਦੇ ਬੋਲ ਨਹੀਂ ਬੋਲੀ ਦੇ। ਉਸ ਦੀ ਰੂਹ ਕਲਵਲ ਹੋ ਗਈ। ਕੇਸਰ ਨੇ ਰੂਪ ਨਾਲ ਸਿਰ ਜੋੜ ਲਿਆ। ਮੇਰਾ ਇੱਕ ਦੋਸਤ ਆਖਦਾ ਸੀ, ਤੂੰ ਅੱਜ ਫਾਈਨਲ ਗੇਮ ਜਿੱਤੀ ਹੈ, ਤੇ ਇਹ ਕਿੰਨਾ ਵੱਡਾ ਸੱਚ ਹੈ। ਕੇਸਰ ਨੂੰ ਸ਼ਰਾਬ ਚੜ੍ਹਦੀ ਹੀ ਜਾ ਰਹੀ ਸੀ। ਉਸ ਦਿਨ ਤੁਹਾਡੀ ਖੇਡ ਕਮਾਲ ਦੀ ਸੀ, ਰੂਪ ਨੇ ਪੁਰਾਣੀ ਪ੍ਰਸ਼ੰਸਾ ਨੂੰ ਨਵਾਂ ਰੂਪ ਦੇ ਕੇ ਆਖਿਆ। ਤੂੰ ਉਸ ਦਿਨ ਮੁਸਕਰਾ ਕੇ ਮੁੜ ਦੇਖਿਆ ਤੱਕ ਨਾ, ਸ਼ਾਇਦ ਬੇਜੀ ਨੇ ਤਾੜ ਲਿਆ ਸੀ। ਓਏ ਮੇਰੇ ਰੱਬਾ, ਜਿਸ ਦਿਨ ਬੇਜੀ ਉੱਤੇ ਆ ਗਈ ਸੀ, ਮੇਰਾ ਕੋਈ ਹਾਲ ਨਹੀਂ ਸੀ। ਮੈਨੂੰ ਤਰੇੜੀਆਂ ਆਈ ਜਾਣ, ਧਰਤੀ ਨਿੱਘਰ ਜਾਣ ਲਈ ਵੇਲ ਨਾ ਦੇਵੇ। ਰੱਬ ਦੀ ਮਾਰ, ਮੈਨੂੰ ਬੇਜੀ ਨੇ ਜਾਂਦੇ ਜਾਂਦੇ ਨੂੰ ਰੋਕ ਲਿਆ। ਮੈਂ ਅੱਜ ਤੱਕ ਹੈਰਾਨ ਰਿਹਾ ਹਾਂ ਕਿ ਖਲੋ ਕਿਵੇਂ ਗਿਆ। ਪਰ ਅਸ਼ਕੇ ਬੇਜੀ ਦੇ ਉਸ ਜਾਂਦੇ ਨੂੰ 3 ਵਾਰ ਰੋਕਿਆ ਤੇ ਅੱਗਾ ਪਿੱਛਾ ਸਭ ਕੁਝ ਪੁੱਛ ਲਿਆ। ਸਾਹ ਸੁਖਾਲਾ ਲੈਂਦਿਆਂ ਉਸ ਵਲੀ ਬਾਂਹ ਨਾਲ ਰੂਪ ਨੂੰ ਕੁੱਟਿਆ। ਤੂੰ ਬੜੀ ਖੁਸ਼ਕਿਸਮਤ ਹੈ ਜਿਹਦੀ ਇੰਨੇ ਤਕੜੇ ਚਿਹਰੇ ਵਾਲੀ ਬੇਜੀ ਹੈ। ਹੁਣ ਤਾਂ ਤੁਹਾਡੀ ਵੀ ਹੈ। ਰੂਪ ਨੇ ਮਾਣ ਨਾਲ ਆਪਣੇ ਆਪ ਨੂੰ ਖੜਾ ਲਿਆ ਸੀ। ਮੈਂ ਤਾਂ ਤੇਰੇ ਨਾਲੋਂ ਵੀ ਵੱਧ ਮੰਨਾਂਗਾ। ਇਹ ਉਸ ਮਾਂ ਦੀਆਂ ਮਿਹਰਬਾਨੀਆਂ ਹਨ ਕਿ ਤੂੰ ਉਸ ਫਿਰ ਰੂਪ ਨੂੰ ਕੁੱਟ ਲਿਆ। 1 ਮਿੰਟ ਉਹ ਕੁਝ ਨਾ ਬੋਲੇ। ਹਵਾ ਰੁਮਕਣ ਲੱਗ ਪਈ ਤੇ ਉਹਨਾਂ ਦੇ ਸਾਹ ਠੰਡੇ ਪੈਂਦੇ ਜਾ ਰਹੇ ਸਨ। ਜੇ ਮੈਂ ਬਹੁਤਾ ਸ਼ਰਾਬੀ ਹੋ ਜਾਵਾਂ, ਮੈਨੂੰ ਚੁੱਕ ਕੇ ਪਾ ਦੇਵੀਂ। ਕੇਸਰ ਨੇ ਮੁਸਕਰਾ ਕੇ ਉਸ ਨੂੰ ਫਿਰ ਤੱਕਣਾ ਸ਼ੁਰੂ ਕਰ ਦਿੱਤਾ। ਤੁਸੀਂ ਸੱਚਮੁੱਚ ਪੀ ਕੇ ਆਏ ਹੋ? ਰੂਪ ਦੀਆਂ ਚੌੜੀਆਂ ਅੱਖਾਂ ਇੱਕ ਵਾਰ ਡਰ ਕੰਬ ਗਿਆ। ਰੂਪ ਦੀਆਂ ਚੌੜੀਆਂ ਅੱਖਾਂ 'ਚ ਉਹ ਇੱਕ ਵਾਰ ਡਰ ਕੰਬ ਗਿਆ। ਜਦ ਤੂੰ ਸਾਹਮਣੇ ਹੈ, ਮਦਹੋਸ਼ ਹੋ ਕੇ ਡਿੱਗ ਪੈਣ ਵਿੱਚ ਕਸਰ ਕੀ ਬਾਕੀ ਹੈ? ਕੇਸਰ ਨੇ ਉਸਦੀ ਠੋਡੀ ਫੜ ਕੇ ਮੂੰਹ ਆਪਣੇ ਵੱਲ ਪੁਆ ਲਿਆ। ਪੰਗਰੀ ਰੂਪ ਆਪਾ ਨਾ ਸਾਂਭ ਸਕੀ। ਉਸ ਦਾ ਲੂੰ ਤਰਾਈ ਜਾ ਰਿਹਾ ਸੀ। ਉਸ ਆਪਣਾ ਆਪ ਪੀ ਜਾਣ ਲਈ ਛਲਕਾ ਦਿੱਤਾ ਤੇ ਕੇਸਰ ਸੱਚਮੁੱਚ ਹੀ ਇੱਕ ਲੰਮੇ ਚੁੰਮਣ ਨਾਲ ਮਦਹੋਸ਼ ਹੋ ਗਿਆ ਤੇ ਤਾਰੇ ਇਹਨਾਂ ਦੋਹਾਂ ਰੂਹਾਂ ਦੇ ਪਿਆਰ ਸੰਜੋਗ ਵਿੱਚ ਸਾਰੀ ਰਾਤ ਟਾਰਾ ਮਾਰਦੇ ਰਹੇ। ਇਹ ਸੀ ਨਾਵਲ ਰੂਪਧਾਰਾ ਦਾ 3ਜਾ ਕਾਂਡ।